ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਰਾਗ ਦੇ ਚੌਥੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹਲਾ ਪਹਿਲਾ। ਪੌਣੇ ਪਾਣੀ ਅਗਨ ਕਾ ਮੇਲ, ਚੰਚਲ ਚੱਪਲ ਬੁੱਧ ਕਾ ਖੇਲ। 9 दरवाजे 10वां द्वार, बुजरे ज्ञानी ये विचार। कथता भक्ता सुनता सोए, आप विचारे सो ज्ञानी होए रहाओ। देही माटी बोले पौण, बुजरे ज्ञानी मुआ है कौन। मुई सुरत बाद अहंकार, ओ न मुआ जो देखण हार। जय कारण तट तीरथ जाही, रतन पदारथ काठी माही। पढ़ पढ़ पंडित बाद बखाने, भीतर होदी वस्त न जाने। हो न मुआ मेरी मुई बुलाए, ओ न मुआ जो रहा समाए। कौ नानक गुरु ब्रह्म दिखाया, मरता जाता नदर न आया। कौ नानक गुरु ब्रह्म दिखाया, मरता जाता नदर न आया। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹਵਾ ਅਤੇ ਪਾਣੀ ਦੇ ਨਾਲ ਅਗਨੀ ਦਾ ਮੇਲ ਜੋੜ ਬਣਿਆ ਹੋਇਆ ਹੈ ਜੀ। ਇਸ ਦੇ ਨਾਲ ਚੰਚਲ ਅਤੇ ਚਲਾਕ ਬੁੱਧੀ ਦਾ ਤਮਾਸ਼ਾ ਰਚਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਸਰੀਰ ਦੇ 9 ਦਰਵਾਜ਼ੇ ਅਤੇ ਇੱਕ 10ਮ ਦਵਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਗਿਆਨਵਾਨ ਪੁਰਸ਼, ਇਹ ਵਿਚਾਰ ਜੋ ਦਿੱਤਾ ਜਾ ਰਿਹਾ ਹੈ, ਜੋ ਤੈਨੂੰ ਇਸ ਧਰਤੀ 'ਤੇ ਮਿਲਿਆ ਹੈ, ਤੂੰ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ। ਫਿਰ ਗੁਰੂ ਜੀ ਕਹਿੰਦੇ ਹਨ ਵਿਖਿਆਨ ਕਰਨ ਵਾਲਾ, ਬੋਲਣ ਵਾਲਾ ਅਤੇ ਸੁਣਨ ਵਾਲਾ ਉਹ ਪਰਮੇਸ਼ਰ ਆਪ ਹੈ ਜੀ। ਜੋ ਜੀਵ ਆਪਾ ਭਾਵ ਆਪਣੀ ਅਸਲੀਅਤ ਨੂੰ ਵਿਚਾਰਦਾ ਅਤੇ ਪਹਿਚਾਣਦਾ ਹੈ ਜੀ, ਉਹ ਪੁਰਸ਼ ਗਿਆਨਵਾਨ ਹੋ ਜਾਂਦਾ ਹੈ ਜੀ। ਭਾਵ ਉਹ ਆਤਮਿਕ ਗਿਆਨ ਪ੍ਰਾਪਤ ਕਰਕੇ ਗੁਰੂ ਦੇ ਹਰ ਮੂਲ ਨਾਲ ਜੁੜ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਕਾਇਆ ਮਿੱਟੀ ਆਦਿ ਤੱਤਾਂ ਦੀ ਬਣੀ ਹੋਈ ਹੈ ਜੀ ਅਤੇ ਇਸ ਵਿੱਚ ਹਵਾ ਬੋਲਦੀ ਹੈ ਜੀ। ਭਾਵ ਇਹ ਸਵਾਸਾਂ ਦੇ ਸਹਾਰੇ ਖੜੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਗਿਆਨੀ ਪੁਰਸ਼, ਤੂੰ ਇਹ ਭੇਦ ਸਮਝ ਕਿ ਮੋਇਆ ਕੌਣ ਹੈ। ਫਿਰ ਗੁਰੂ ਜੀ ਕਹਿੰਦੇ ਹਨ ਅਸਲੀਅਤ ਇਹ ਹੈ ਕਿ ਵਾਦ ਅਹੰਕਾਰ ਕਰਨ ਵਾਲੀ ਸੋਝੀ ਮੋਈ ਹੈ। ਜੋ ਸਾਰੀ ਖੇਡ ਨੂੰ ਵੇਖਣ ਵਾਲੀ ਆਤਮਾ ਹੈ, ਉਹ ਨਹੀਂ ਮੋਇਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਕਰਤਾ ਪੁਰਖ ਨੂੰ ਜਾਂ ਨਾਮ ਪਦਾਰਥ ਦੀ ਪ੍ਰਾਪਤੀ ਲਈ ਲੋਕੀ ਤੀਰਥਾਂ ਦੇ ਕੰਢੇ ਉੱਤੇ ਜਾਂਦੇ ਹਨ, ਪਰ ਉਹ ਰਤਨ ਪਦਾਰਥ, ਨਾਮ ਪਦਾਰਥ ਤੇ ਹਿਰਦੇ ਵਿੱਚ ਹੀ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਵੇਦ ਪੁਰਾਣ ਪੜ੍ਹ ਕੇ ਪੰਡਤ ਚਰਚਾਵਾਦ ਕਰਦੇ ਰਹਿੰਦੇ ਹਨ, ਪਰ ਉਹ ਆਪਣੇ ਅੰਦਰ ਪਈ ਹੋਈ ਨਾਮ ਰਤਨ ਰੂਪੀ ਵਸਤੂ ਨੂੰ ਨਹੀਂ ਜਾਣਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦਾ ਬਖਸ਼ਿਆ ਹੋਇਆ ਇਹ ਗਿਆਨ ਸਮਝਣ ਮਗਰੋਂ ਜਗਿਆਸੂ ਆਖਦਾ ਹੈ ਕਿ ਮੈਂ ਨਹੀਂ ਮੋਇਆ, ਇਹ ਤਾਂ ਮੇਰੀ ਬਲਾ ਅਗਿਆਨਤਾ ਵਿਕਾਰ ਮਰੇ ਹਨ ਜੀ। ਜੋ ਪਰਮੇਸ਼ਰ ਸਾਰਿਆਂ ਵਿੱਚ ਸਮਾ ਰਿਹਾ ਹੈ, ਉਹ ਵੀ ਨਹੀਂ ਮੋਇਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮੈਨੂੰ ਗੁਰੂ ਨੇ ਸदैवी ਬ੍ਰਹਮ ਦਿਖਾ ਦਿੱਤਾ ਹੈ ਜੀ ਅਤੇ ਹੁਣ
ਮੇਰੇ ਹਿਰਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਜੀ। ਅਤੇ ਹੁਣ ਮੈਨੂੰ ਕੋਈ ਵੀ ਮਰਦਾ ਜਾਂਦਾ ਵਿਖਾਈ ਨਹੀਂ ਦਿੰਦਾ ਜੀ, ਕਿਉਂਕਿ ਮੈਨੂੰ ਗੁਰਸ਼ਬਦ ਗੁਰਬਾਣੀ ਦੀ ਰਾਹੀਂ ਪਰਮੇਸ਼ਰ ਦੇ ਹੁਕਮ ਦੀ ਸਮਝ ਆ ਗਈ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਮੋਈ ਸੁਰਤ ਬਾਦ ਅਹੰਕਾਰ, ਭਾਵ ਮਰ ਗਈ ਹੈ ਉਹ ਖੇਲ ਜਿਸ ਕਾਰਨ ਚੱਪਲ ਬੁੱਧੀ ਦਾ ਧਾਰਨ ਕੀਤਾ ਹੋਇਆ ਹੰਕਾਰ ਸੀ, ਤੇ ਜਿਸ ਦਾ ਫਲ ਵਾਦ ਵਿਵਾਦ ਵਿਕਾਰ ਸਨ ਜੀ। ਸੁਰਤ ਤਾਂ ਸੋਝੀ ਸਮਝ ਦਾ ਇੱਕ ਆਲਾ ਹੈ ਜੀ, ਜਿਸ ਨਾਲ ਮਨੁੱਖੀ ਹਿਰਦੇ ਅੰਦਰ ਗਿਆਨ ਦਾ ਪ੍ਰਵੇਸ਼ ਹੁੰਦਾ ਹੈ ਜੀ। ਫਿਰ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਆਪ ਵਿਚਾਰੇ ਸੁਗਿਆਨੀ ਹੋਈ ਅਤੇ ਬੁੱਝਰੇ ਗਿਆਨੀ ਮੁਆ ਹੈ ਕੌਣ। ਇਹਨਾਂ ਪੰਕਤੀਆਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਕਿਸੇ ਸਰੀਰਕ ਚਲਾਣੇ ਦੇ ਸ਼ੌਕ ਵਿੱਚ, ਕਿਸੇ ਗਿਆਨੀ ਪੁਰਸ਼ ਨੂੰ ਸ਼ੌਕ ਵਿੱਚੋਂ ਕੱਢਣ ਲਈ ਵਾਰਤਾਲਾਪ ਹੋ ਰਹੀ ਹੈ ਜੀ। ਕੇਵਲ ਗਿਆਨੀ ਅੱਖਰਾਂ ਦਾ ਗਿਆਤਾ ਨਹੀਂ ਹੁੰਦਾ, ਅਮਲੀ ਜੀਵਨ ਦਾ ਨਮੂਨਾ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਦ੍ਰਿਸ਼ਟਮਾਨ ਸੰਸਾਰ ਦੀ ਹੋਂਦ ਕੋਈ ਨਹੀਂ, ਇਹ ਚੰਚਲ ਮਨ ਅਤੇ ਬੁੱਧੀ ਦਾ ਬਣਾਇਆ ਹੋਇਆ ਇੱਕ ਖੇਲ ਤਮਾਸ਼ਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗਿਆਨ ਤੋਂ ਸਖਣਾ ਮਨੁੱਖ ਸਰੀਰ ਦੇ ਬਿਨਸਣ ਤੇ ਰੋਂਦਾ ਤੇ ਕੁਰਲਾਉਂਦਾ ਹੈ ਜੀ, ਜੋ ਕਿ ਆਪਣੇ ਆਪ ਵਿੱਚ ਕੁਝ ਵੀ ਨਹੀਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਾਈ ਦੀ ਸੱਤਾ ਦੇ ਸਹਾਰੇ ਤੇ ਕਾਇਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਉਹ ਜੋਤ ਰੂਪ ਸੱਤਾ ਖਿੱਚੀ ਜਾਂਦੀ ਹੈ ਤਾਂ ਸਾਰੇ ਕਹਿੰਦੇ ਹਨ ਮਰ ਗਿਆ। ਮਰ ਗਿਆ ਸ਼ਬਦ ਦਾ ਸਿਧਾਂਤ ਕੱਢਦੇ ਹੋਏ ਗੁਰੂ ਜੀ ਕਹਿੰਦੇ ਹਨ ਕਿ ਆਤਮਾ ਅਮਰ ਹੈ, ਇਹ ਕਦੀ ਨਹੀਂ ਮਰਦੀ ਜੀ। ਇਸ ਤੱਤ ਗਿਆਨ ਨੂੰ ਸਮਝਣ ਦੀ ਲੋੜ ਹੈ ਜੀ। ਆਤਮ ਰੂਪ ਸਰੂਪ ਦੀ ਲਖਤਾ ਤੀਰਥਾਂ ਦੇ ਕੰਢਿਆਂ ਉੱਤੇ ਵਸਣ ਨਾਲ ਨਹੀਂ ਹੁੰਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਆਪਣੇ ਆਪ ਦਾ ਜਾਣਨਾ ਇਹ ਹੈ ਕਿ ਮਨ ਵਿੱਚੋਂ ਕੂੜ ਕਬਾੜ, ਵਾਦ ਵਿਵਾਦ, ਅਹੰਕਾਰ, ਵਿਕਾਰ ਆਦਿ ਦਾ ਖਤਮ ਹੋ ਜਾਵੇ ਅਤੇ ਹਰ ਪਾਸੇ ਪਾਰ ਬ੍ਰਹਮ ਪਰਮੇਸ਼ਰ ਦਾ ਪਸਾਰਾ ਦਿਸੇ ਜੀ। ਅਤੇ ਇਹ ਗੁਰਸ਼ਬਦ ਗੁਰਬਾਣੀ ਦੀ ਰਾਹੀਂ ਮੁਮਕਿਨ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।